हाँ जी, सत श्री अकाल जी साਰਿਆਂ ਨੂੰ। ਥੰਬਨੇਲ ਪੜਨ ਤੋਂ ਬਾਅਦ ਤੁਸੀਂ ਸੋਚ ਰਹੇ ਹੋਣੇ ਕਿ ਇਸ ਚੈਨਲ ਤੇ ਤਾਂ ਸਿੱਖ ਇਤਿਹਾਸ ਵਾਲੇ ਵੀਡੀਓਜ਼ ਆਉਂਦੇ ਹੁੰਦੇ ਹਨ, ਅੱਜ ਇਹ ਗਾਂਧੀ ਕਿੱਧਰੋਂ ਆ ਗਿਆ। ਪਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਰਦਾਰ ਭਗਤ ਸਿੰਘ ਦੀ ਫਾਂਸੀ ਤੇ 47 ਚ ਹੋਈ ਭਾਰਤ ਦੀ ਵੰਡ, ਜਿਹਦਾ ਸਭ ਤੋਂ ਵੱਧ ਸੰਤਾਪ ਪੰਜਾਬੀਆਂ ਨੇ ਹੀ ਹੰਢਾਇਆ ਸੀ, ਇਹਨਾਂ ਦੋਹਾਂ ਮਸਲਿਆਂ ਦਾ ਮੋਹਨਦਾਸ ਗਾਂਧੀ ਨਾਲ ਡੂੰਘਾ ਸੰਬੰਧ ਹੈ। ਤੇ ਪਿਛਲੇ ਵੀਡੀਓ ਵਿੱਚ ਸਰਦਾਰ ਊਧਮ ਸਿੰਘ ਦੀ ਸ਼ਹਾਦਤ ਤੇ ਦਿੱਤੇ ਗਾਂਧੀ ਦੇ ਸਟੇਟਮੈਂਟ ਸੁਣਨ ਤੋਂ ਬਾਅਦ ਕਾਫੀ ਵਿਊਅਰਸ ਨੇ ਇਹ ਡਿਮਾਂਡ ਕੀਤੀ ਸੀ ਕਿ ਗਾਂਧੀ ਦੇ ਕਾਰਨਾਮੇ ਤੇ ਵੀ ਇੱਕ ਵੀਡੀਓ ਬਣਾਇਆ ਜਾਵੇ। ਸੋ ਤੁਹਾਡੀਆਂ ਸਭ ਦੀਆਂ ਫਰਮਾਇਸ਼ਾਂ ਸਿਰ ਮੱਥੇ ਪ੍ਰਵਾਨ। ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਗਾਂਧੀ ਦੀਆਂ ਉਹਨਾਂ ਗਲਤੀਆਂ ਬਾਰੇ ਜਿਨ੍ਹਾਂ ਦੀ ਸਜ਼ਾ ਦੇਸ਼ ਅੱਜ ਤੱਕ ਭੁਗਤ ਰਿਹਾ ਹੈ, ਤੇ ਨਾਲ ਹੀ ਇੱਕ ਝਾਤ ਮਾਰਾਂਗੇ ਗਾਂਧੀ ਦੀ ਪਰਸਨਲ ਲਾਈਫ ਤੇ ਕਿ ਆਖਿਰ ਕਿਉਂ ਆਪਣੀ ਭਤੀਜੀ ਤੇ ਹੋਰ ਜਵਾਨ ਔਰਤਾਂ ਨਾਲ ਨੰਗਾ ਹੀ ਨਹਾਉਂਦਾ ਤੇ ਉਹਨਾਂ ਦੇ ਨਾਲ ਨੰਗਾ ਹੀ ਸੌਂਦਾ ਸੀ। ਇਹ ਸਭ ਜਾਣਾਂਗੇ ਇਸ ਵੀਡੀਓ ਵਿੱਚ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਤਾਂ ਕਿ ਜੋ ਇਤਿਹਾਸ ਸਰਕਾਰਾਂ ਨੇ ਅੱਜ ਤੱਕ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਨਾ ਮਿਲਵਰਤਨ ਅੰਦੋਲਨ ਨੂੰ ਵਾਪਸ ਲੈਣਾ ਗਾਂਧੀ ਦੀਆਂ ਸਭ ਤੋਂ ਵੱਡੀਆਂ ਗਲਤੀਆਂ ਚੋਂ ਇੱਕ ਸੀ। ਆਪਣੇ ਨਾ ਮਿਲਵਰਤਨ ਮੂਵਮੈਂਟ ਨੂੰ ਵਾਪਸ ਲੈ ਲੈਣਾ। ਗੱਲ 1920 ਦੀ ਹੈ। ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਗਾਂਧੀ ਦੀ ਅਗਵਾਈ ਵਿੱਚ ਭਾਰਤ ਦੇ ਲੋਕਾਂ ਨੇ ਕਿਸੇ ਵੀ ਕੰਮ ਵਿੱਚ ਅੰਗਰੇਜ਼ਾਂ ਦਾ ਸਾਥ ਦੇਣਾ ਛੱਡ ਦਿੱਤਾ ਸੀ। ਜਨਤਾ ਨੇ ਅੰਗਰੇਜ਼ੀ ਸਮਾਨ ਦੀ ਖਰੀਦ ਬੰਦ ਕਰ ਦਿੱਤੀ ਸੀ। ਘਰਾਂ 'ਚ ਵੀ ਪਏ ਅੰਗਰੇਜ਼ੀ ਸਮਾਨ ਨੂੰ ਚੁਰਾਇਆਂ ਤੇ ਇਕੱਠਾ ਕਰਕੇ ਲਾਂਬੂ ਲਾਇਆ ਜਾ ਰਿਹਾ ਸੀ। ਸੈਂਕੜੇ ਲੋਕ ਜਿਨ੍ਹਾਂ ਦੇ ਘਰ ਅੰਗਰੇਜ਼ੀ ਸਰਕਾਰ ਦੀਆਂ ਨੌਕਰੀਆਂ ਤੋਂ ਚੱਲਦੇ ਸਨ, ਗਾਂਧੀ ਦੇ ਕਹਿਣ ਤੇ ਉਹਨਾਂ ਸਭ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ। ਪਰ ਉਸ ਦੌਰਾਨ ਚੋਰਾ ਚੋਰੀ ਨਾਂ ਦੀ ਥਾਂ ਤੇ ਇੱਕ ਘਟਨਾ ਵਾਪਰੀ। ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਤੇ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਤਾਂ ਆਪਣੇ ਨਿਰਦੋਸ਼ ਸਾਥੀਆਂ ਤੇ ਗੋਲੀਆਂ ਵੱਜਦੀਆਂ ਵੇਖ ਭੀੜ ਬੇਕਾਬੂ ਹੋ ਗਈ ਤੇ ਉਹਨਾਂ ਨੇ ਪੁਲਿਸ ਨੂੰ ਘੇਰ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਤੇ ਥਾਣੇ ਨੂੰ ਅੱਗ ਲਾ ਦਿੱਤੀ। ਇਸ ਗੱਲ ਤੇ ਗਾਂਧੀ ਨੂੰ ਇੰਨਾ ਗੁੱਸਾ ਆਇਆ ਕਿ ਜਦੋਂ ਅੰਦੋਲਨ ਆਪਣੇ ਪੂਰੇ ਸਿਖਰ ਤੇ ਸੀ, ਜਦੋਂ ਆਜ਼ਾਦੀ ਸਾਡੇ ਬੂਹੇ ਤੇ ਖੜੀ ਸੀ, ਉਸ ਸਮੇਂ ਗਾਂਧੀ ਨੇ ਇਸ ਅੰਦੋਲਨ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ, ਕਿਉਂਕਿ ਚੋਰਾ ਚੋਰੀ 'ਚ ਜੋ ਵੀ ਹੋਇਆ ਸੀ ਉਹ ਗਾਂਧੀ ਦੇ ਅਸੂਲਾਂ ਦੇ ਖਿਲਾਫ ਸੀ ਤੇ ਉਸ ਨੂੰ ਦੇਸ਼ ਨਾਲੋਂ ਆਪਣੇ ਅਸੂਲ ਜ਼ਿਆਦਾ ਪਿਆਰੇ ਸਨ। ਇਸ ਮੂਵਮੈਂਟ ਨੂੰ ਵਾਪਸ ਲੈਣ ਤੋਂ ਬਾਅਦ 19 ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਈ, 6 ਪੁਲਿਸ ਕਸਟਡੀ ਵਿੱਚ ਮਾਰੇ ਗਏ ਤੇ 110 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਨ੍ਹਾਂ ਚੋਂ ਬਹੁਤਿਆਂ ਨੂੰ ਫਿਰ ਬਾਅਦ ਵਿੱਚ ਕਾਲੇ ਪਾਣੀ ਭੇਜ ਦਿੱਤਾ ਗਿਆ। ਕਿ ਗਾਂਧੀ ਦੀ ਨਜ਼ਰ ਵਿੱਚ ਇਹ ਸਜ਼ਾਵਾਂ ਹਿੰਸਾ ਨਹੀਂ ਸਨ? ਇਹ ਸਾਰੀਆਂ ਸਜ਼ਾਵਾਂ ਸਿਰਫ ਇੱਕ ਗਲਤ ਡਿਸੀਜਨ ਕਰਕੇ ਹੋਈਆਂ ਸਨ ਤੇ ਗਾਂਧੀ ਦੀ ਇਸ ਗਲਤੀ ਕਰਕੇ ਦੇਸ਼ ਨੂੰ ਲਗਭਗ 30 ਸਾਲ ਹੋਰ ਗੁਲਾਮੀ ਝੇਲਣੀ ਪਈ। ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ 30 ਸਾਲਾਂ 'ਚ ਜਿਹੜੀਆਂ ਵੀ ਮੌਤਾਂ ਹੋਈਆਂ ਉਹ ਇਸੇ ਗਲਤੀ ਦਾ ਹੀ ਨਤੀਜਾ ਸਨ। ਹਜ਼ਾਰਾਂ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਸਾਲ 1942 ਵਿੱਚ ਭਾਰਤ ਛੱਡੋ ਮੂਵਮੈਂਟ ਦੇ ਦੌਰਾਨ ਇੱਕ ਵਾਰ ਫੇਰ ਇਹੋ ਜਿਹਾ ਮੌਕਾ ਆਇਆ ਜਦੋਂ ਬ੍ਰਿਟਿਸ਼ ਸਰਕਾਰ ਤੇ ਭਾਰਤ ਵਾਸੀ ਭਾਰੀ ਪੈ ਰਹੇ ਸਨ। ਆਜ਼ਾਦੀ ਇੱਕ ਵਾਰ ਫੇਰ ਸਾਡੇ ਬੂਹੇ ਤੇ ਖੜੀ ਸੀ। ਤਦ ਅੰਗਰੇਜ਼ਾਂ ਨੇ ਆਪਣੀ ਅੰਤਿਮ ਚਾਲ ਚੱਲਦਿਆਂ ਹੋਇਆ ਕਿਹਾ ਕਿ ਤੁਸੀਂ ਦੂਸਰੀ ਸੰਸਾਰ ਜੰਗ ਵਿੱਚ ਸਾਡਾ ਸਾਥ ਦਿਓ ਤੇ ਅਸੀਂ ਬਦਲੇ ਵਿੱਚ ਦੇਸ਼ ਨੂੰ ਆਜ਼ਾਦ ਕਰ ਦੇਵਾਂਗੇ। ਆਦਤ ਮੁਤਾਬਕ ਗਾਂਧੀ ਨੇ ਹੱਥ ਖੜੇ ਕਰ ਦਿੱਤੇ ਤੇ ਅੰਗਰੇਜ਼ਾਂ ਨੂੰ ਜੰਗ ਖਤਮ ਹੋਣ ਤੱਕ ਦਾ ਟਾਈਮ ਦੇ ਦਿੱਤਾ। ਆਪਣੇ ਆਪ ਨੂੰ ਅਹਿੰਸਾ ਦਾ ਪੁਜਾਰੀ ਕਹਿਣ ਵਾਲੇ ਗਾਂਧੀ ਨੇ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋ ਕੇ ਅੰਗਰੇਜ਼ਾਂ ਦਾ ਸਾਥ ਦੇਣ। ਉਸ ਸਮੇਂ ਸਿਰਫ ਗਾਂਧੀ ਦੇ ਕਹਿਣ ਤੇ ਲਗਭਗ 25 ਲੱਖ ਨੌਜਵਾਨ ਬਿਨਾਂ ਕਿਸੇ ਤਨਖਾਹ ਦੇ ਐਜ਼ ਏ ਵੋਲੰਟੀਅਰ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਭਰਤੀ ਹੋ ਗਏ ਤੇ ਪੂਰਾ ਜੀ ਜਾਨ ਲਾ ਕੇ ਲੜੇ। ਦੱਸਣਯੋਗ ਗੱਲ ਹੈ ਕਿ ਦੂਸਰੀ ਸੰਸਾਰ ਜੰਗ ਦੇ ਦੌਰਾਨ ਭਾਰਤ ਦੇ ਇੰਗਲੈਂਡ, ਅਮਰੀਕਾ, ਫਰਾਂਸ, ਇਟਲੀ ਤੋਂ ਵੀ ਵੱਧ ਲਗਭਗ 87,000 ਫੌਜੀ ਸ਼ਹੀਦ ਹੋਏ ਸਨ, ਜਿਨ੍ਹਾਂ ਦੇ ਦੇਸ਼ ਦਾ ਇਸ ਜੰਗ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ, ਜੋ ਕਿ ਸਿਰਫ ਇੱਕ ਗਲਤ ਫੈਸਲੇ ਦਾ ਨਤੀਜਾ ਸੀ। ਨਹੀਂ ਤਾਂ ਆਜ਼ਾਦੀ ਤਾਂ ਸਾਨੂੰ 1942 ਵਿੱਚ ਹੀ ਮਿਲ ਜਾਂਦੀ। ਇਸ ਫੈਸਲੇ ਦਾ ਅਸਰ ਇੱਥੇ ਹੀ ਖਤਮ ਨਹੀਂ ਹੋਇਆ। ਮੌਕਾ ਵੇਖ ਕੇ ਅੰਗਰੇਜ਼ਾਂ ਨੇ ਭਾਰਤ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਕਰ ਦਿੱਤੀ, ਜੋ ਕਿ ਭਾਰਤ ਵੰਡ ਦਾ ਸਭ ਤੋਂ ਵੱਡਾ ਕਾਰਨ ਬਣੀ। ਤੁਹਾਨੂੰ ਦੱਸ ਦਈਏ ਕਿ ਮੁਸਲਿਮ ਲੀਗ ਤੇ ਉਸਦੇ ਮੁਖੀ ਮੁਹੰਮਦ ਅਲੀ ਜਿੰਨਾ ਨੂੰ ਕਦੀ ਮੁਸਲਮਾਨ ਵੀਰਾਂ ਨੇ ਤਾਂ ਆਪਣਾ ਨੇਤਾ ਮੰਨਿਆ ਹੀ ਨਹੀਂ ਸੀ। ਇਹ ਤਾਂ ਅੰਗਰੇਜ਼ ਸਰਕਾਰ ਦੀ ਇੱਕ ਪਾਲਿਸੀ ਸੀ ਭਾਰਤ ਵਿੱਚ ਵੰਡ ਪਾਉਣ ਦੀ। ਇਹ ਤੋਂ ਲੈ ਕੇ ਜੜ ਤੱਕ ਮੁਸਲਿਮ ਲੀਗ ਦੇ ਹਰ ਕੰਮ ਨੂੰ ਫੰਡਿੰਗ ਅੰਗਰੇਜ਼ ਸਰਕਾਰ ਆਪ ਕਰ ਰਹੀ ਸੀ, ਤਾਂ ਜੋ ਭਾਰਤ ਵਿੱਚ ਧਰਮ ਆਧਾਰਿਤ ਤੇ ਪਾੜ ਪਾਈ ਜਾ ਸਕੇ। ਜਦੋਂ ਜਿਨ੍ਹਾਂ ਦੀ ਮੰਗ ਤੇ ਅੰਗਰੇਜ਼ਾਂ ਨੇ ਦੇਸ਼ ਦੇ ਧਰਮ ਆਧਾਰਿਤ ਟੋਟੇ ਕਰਨ ਦੀ ਗੱਲ ਕੀਤੀ ਤਾਂ ਗਾਂਧੀ ਨੇ ਬਹੁਤ ਛੇਤੀ ਅੰਗਰੇਜ਼ਾਂ ਦੇ ਸਾਹਮਣੇ ਹੱਥ ਖੜੇ ਕਰ ਦਿੱਤੇ। ਜਿਸ ਨੂੰ ਕੰਪੇਅਰ ਕਰੀਏ ਤਾਂ ਬਿਲਕੁਲ ਇਹੋ ਜਿਹੀ ਸਥਿਤੀ ਅਮਰੀਕਾ ਦੀ ਆਜ਼ਾਦੀ ਦੇ ਸਮੇਂ ਅਬਰਾਹਿਮ ਲਿੰਕਨ ਦੇ ਸਾਹਮਣੇ ਵੀ ਸੀ। ਪਰ ਉਸ ਸਮੇਂ ਦੇ US ਲੀਡਰ ਅਬਰਾਹਿਮ ਲਿੰਕਨ ਨੇ ਹੱਥ ਖੜੇ ਨਹੀਂ ਕੀਤੇ ਤੇ ਸੰਘਰਸ਼ ਦਾ ਰਾਹ ਚੁਣਿਆ, ਜਿਸ ਦੇ ਨਤੀਜਨ ਅਮਰੀਕਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਬਣ ਸਕਿਆ। ਯਾਨੀ ਕਿ ਕਿਹਾ ਜਾ ਸਕਦਾ ਹੈ ਕਿ 1942 ਚ ਮੋਹਨਦਾਸ ਗਾਂਧੀ ਦੇ ਪਿੱਛੇ ਹਟਣ ਦੇ ਫੈਸਲੇ ਨੇ ਹੀ ਜੰਗ 'ਚ ਭਾਰਤ ਦੇ ਲੱਖਾਂ ਪੁੱਤ ਮਰਾ ਦਿੱਤੇ। ਭਾਰਤ ਪਾਕ ਦੀ ਵੰਡ ਕਰਵਾਈ, ਧਰਮ ਦੇ ਨਾਂ ਤੇ ਦੰਗੇ ਹੋਏ, ਔਰਤਾਂ ਦੇ ਬਲਾਤਕਾਰ ਹੋਏ ਤੇ ਲੱਖਾਂ ਲੋਕ ਮਾਰੇ ਗਏ। ਇਸ ਤੋਂ ਵੀ ਕਈ ਗੁਣਾ ਵੱਧ ਬੇਘਰ ਹੋ ਗਏ। ਪਰ ਗਾਂਧੀ ਜੀ ਤਾਂ ਹਜੇ ਵੀ ਅਹਿੰਸਾ ਦੇ ਪੁਜਾਰੀ ਦਾ ਚੋਲਾ ਪਾਈ ਘੁੰਮ ਰਹੇ ਸਨ। ਸਰਦਾਰ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਮਾਫ ਨਾ ਕਰਾਉਣਾ
ਅਸੈਂਬਲੀ 'ਚ ਬੰਬ ਸੁੱਟ ਕੇ ਗ੍ਰਿਫਤਾਰੀ ਦੇਣ ਤੋਂ ਬਾਅਦ ਸਰਦਾਰ ਭਗਤ ਸਿੰਘ ਜੇਲ੍ਹ ਵਿੱਚ ਸਨ। ਗ੍ਰਿਫਤਾਰੀ ਸਮੇਂ ਉਹਨਾਂ ਦੇ ਕੋਲ ਜਿਹੜੀ ਰਿਵਾਲਵਰ ਬਰਾਮਦ ਹੋਈ, ਬਾਅਦ ਦੀ ਜਾਂਚ ਵਿੱਚ ਪਤਾ ਲੱਗਾ ਕਿ ਇਸੇ ਰਿਵਾਲਵਰ ਨਾਲ ਹੀ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰਿਆ ਗਿਆ ਸੀ। ਇਸ ਲਈ ਸਾਂਡਰਸ ਮਰਡਰ ਕੇਸ ਵਿੱਚ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਇਸ ਦੇ ਵਿਰੋਧ ਵਿੱਚ ਦੇਸ਼ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ। ਹਾਲਾਤਾਂ ਤੇ ਕਾਬੂ ਪਾਉਣ ਲਈ ਬ੍ਰਿਟਿਸ਼ ਵਾਇਸਰਾਏ ਨੇ ਕੁਝ ਮੁੱਖ ਭਾਰਤੀ ਨੇਤਾਵਾਂ ਨੂੰ ਗੋਲਮੇਜ ਕਾਨਫਰੰਸ 'ਚ ਹਿੱਸਾ ਲੈਣ ਲਈ ਲੰਡਨ ਬੁਲਾਇਆ। ਗਾਂਧੀ ਨੇ ਵੀ ਇਸ ਵਿੱਚ ਹਿੱਸਾ ਲਿਆ। 5 ਮਾਰਚ ਨੂੰ ਮੋਹਨਦਾਸ ਗਾਂਧੀ ਦੇ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਬਾਅਦ ਸ਼ਾਂਤੀ ਬਹਾਲੀ ਲਈ ਗਾਂਧੀ ਤੇ ਅਰਵਿੰਦ ਦੇ ਵਿੱਚ ਇੱਕ ਸਮਝੌਤਾ ਹੋਇਆ, ਜਿਸ ਦੇ ਅਨੁਸਾਰ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਜਿੰਨੇ ਵੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਸਭ ਨੂੰ ਰਿਹਾ ਕਰ ਦਿੱਤਾ ਗਿਆ। ਪਰ ਇਹਨਾਂ ਤਿੰਨਾਂ ਸੂਰਮਿਆਂ ਦੇ ਫਾਂਸੀ ਰੋਕਣ ਦੇ ਮੁੱਦੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ। 23 ਮਾਰਚ 1931 ਨੂੰ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਤੈਅ ਤਰੀਕ ਤੋਂ ਇੱਕ ਦਿਨ ਪਹਿਲਾਂ ਹੀ ਫਾਂਸੀ ਦੇ ਦਿੱਤੀ ਗਈ। ਦੇਸ਼ ਵਿੱਚ ਅੰਗਰੇਜ਼ਾਂ ਦੇ ਨਾਲ-ਨਾਲ ਗਾਂਧੀ ਦੇ ਖਿਲਾਫ ਵੀ ਪ੍ਰਦਰਸ਼ਨ ਸ਼ੁਰੂ ਹੋ ਗਏ। 26 ਮਾਰਚ ਨੂੰ ਕਰਾਚੀ ਵਿੱਚ ਕਾਂਗਰਸ ਦਾ ਆਲ ਇੰਡੀਆ ਅਧਿਵੇਸ਼ਨ ਰੱਖਿਆ ਗਿਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਵਿਰੋਧ ਕਰਨ ਵਾਲੇ ਲੋਕ ਇੱਥੇ ਪਹੁੰਚੇ। ਉਹਨਾਂ ਨੇ ਗਾਂਧੀ ਨੂੰ ਕਾਲੇ ਕੱਪੜੇ ਦਾ ਬਣਿਆ ਫੁੱਲ ਭੇਂਟ ਕੀਤਾ ਤੇ ਖੂਨੀ ਵਾਪਸ ਜਾਓ ਤੇ ਗਾਂਧੀ ਮੁਰਦਾਬਾਦ ਦੇ ਨਾਅਰੇ ਲਾਏ। ਗਾਂਧੀ ਨੇ ਉਸ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਸਿਧਾਂਤਾਂ ਦੇ ਅਨੁਸਾਰ ਤਾਂ ਕਿਸੇ ਗੁੰਡੇ, ਕਾਤਲ ਜਾਂ ਚੋਰ ਡਾਕੂ ਨੂੰ ਵੀ ਮੌਤ ਦੀ ਸਜ਼ਾ ਦੇਣਾ ਗਲਤ ਹੈ। ਸੋ ਇਹ ਤਾਂ ਬਿਲਕੁਲ ਨਹੀਂ ਹੋ ਸਕਦਾ ਕਿ ਮੈਂ ਫਾਂਸੀ ਰੋਕਣ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਯਾਨੀ ਕਿ ਗਾਂਧੀ ਦੇਸ਼ ਦੇ ਇਹਨਾਂ ਮਹਾਨ ਸਪੁੱਤਰਾਂ ਨੂੰ ਕਿਸੇ ਚੋਰ, ਡਾਕੂ ਜਾਂ ਗੁੰਡੇ ਤੋਂ ਵੱਧ ਨਹੀਂ ਮੰਨਦੇ ਸਨ। ਉਸ ਅਧਿਵੇਸ਼ਨ ਵਿੱਚ ਸਰਦਾਰ ਭਗਤ ਸਿੰਘ ਦਾ ਇੱਕ ਬਚਪਨ ਦਾ ਦੋਸਤ ਵੀ ਸ਼ਾਮਿਲ ਸੀ। ਬਾਅਦ ਵਿੱਚ ਉਸਨੇ ਆਪਣੀ ਬੁੱਕ ਵਿੱਚ ਲਿਖਿਆ ਕਿ ਉਸ ਸਭਾ ਦਾ ਮਾਹੌਲ ਰਲਵਾ ਮਿਲਵਾ ਸੀ। ਲੋਕ ਦੋ ਧਿਰਾਂ ਵਿੱਚ ਵੰਡੇ ਹੋਏ ਸਨ, ਕੁਝ ਗਾਂਧੀ ਦਾ ਸਮਰਥਨ ਕਰ ਰਹੇ ਸਨ ਤੇ ਕੁਝ ਵਿਰੋਧ। ਪਰ ਗਾਂਧੀ ਨੇ ਆਪਣੀ ਮਿੱਠੀ ਆਵਾਜ਼ ਤੇ ਗੋਲਮੋਲ ਗੱਲਾਂ ਨਾਲ ਸਭ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਕਿ ਭਗਤ ਸਿੰਘ ਨੂੰ ਬਚਾਉਣ ਦੀਆਂ ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਸਨ, ਕੀਤੀਆਂ ਗਈਆਂ। ਆਪਣੀ ਕਿਤਾਬ ਸਵਰਾਜ ਵਿੱਚ ਗਾਂਧੀ ਲਿਖਦੇ ਹਨ ਕਿ ਕੌਣ ਕਹਿੰਦਾ ਹੈ ਕਿ ਮੈਂ ਭਗਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। 23 ਮਾਰਚ ਦੀ ਸਵੇਰ ਮੈਂ ਲਾਰਡ ਐਰਵਿਨ ਨੂੰ ਇੱਕ ਨਿੱਜੀ ਪੱਤਰ ਲਿਖਿਆ, ਜਿਸ ਵਿੱਚ ਮੈਂ ਆਪਣੀ ਸਾਰੀ ਆਤਮਾ ਉਡੇਲ ਦਿੱਤੀ। ਪਰ ਇਸ ਗੱਲ ਦਾ ਗੋਰੇ ਅਫਸਰ ਨੂੰ ਕੋਈ ਫਰਕ ਨਹੀਂ ਪਿਆ। ਪਰ ਜਦੋਂ ਆਪਾਂ ਇਸ ਮਾਮਲੇ ਦਾ ਡੀਪਲੀ ਐਨਾਲਾਈਸਿਸ ਕਰਦੇ ਹਾਂ ਤਾਂ ਗਾਂਧੀ ਦੀ ਪੋਲ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਚਿੱਠੀ ਦੀ ਜੋ ਗਾਂਧੀ ਨੇ 23 ਤਰੀਕ ਦੀ ਸਵੇਰੇ ਐਰਵਿਨ ਨੂੰ ਲਿਖੀ ਸੀ। ਵੈਸੇ ਤੁਹਾਨੂੰ ਇਹ ਪੱਤਰ ਲਿਖਣਾ ਤੁਹਾਡੇ ਤੇ ਜ਼ੁਲਮ ਕਰਨ ਦੇ ਬਰਾਬਰ ਹੈ, ਪਰ ਜੇ ਤੁਸੀਂ ਭਗਤ ਸਿੰਘ ਦੀ ਸਜ਼ਾ ਤੇ ਦੁਬਾਰਾ ਵਿਚਾਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਧਿਆਨ ਇਹਨਾਂ ਗੱਲਾਂ ਵੱਲ ਲਿਜਾਣਾ ਚਾਹੂੰਗਾ। ਜਨਤਾ ਭਾਵੇਂ ਸਹੀ ਹੋਵੇ ਜਾਂ ਗਲਤ, ਉਹ ਭਗਤ ਸਿੰਘ ਦੀ ਫਾਂਸੀ ਰੋਕਣਾ ਚਾਹੁੰਦੇ ਹਨ ਤੇ ਜੇ ਫਾਂਸੀ ਹੋ ਗਈ ਤਾਂ ਦੇਸ਼ ਦੀ ਸ਼ਾਂਤੀ ਖਤਰੇ ਵਿੱਚ ਪੈ ਸਕਦੀ ਹੈ। ਕਿਰਪਾ ਕਰਕੇ ਦੇਸ਼ ਦੇ ਹਾਲਾਤ ਵੇਖਦੇ ਹੋਏ ਸ਼ਾਂਤੀ ਬਹਾਲੀ ਲਈ ਫਾਂਸੀ ਦੀ ਸਜ਼ਾ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਜਾਵੇ। ਰਹਿਮ ਕਦੇ ਵੀ ਫਜ਼ੂਲ ਨਹੀਂ ਜਾਂਦਾ। ਇਹ ਲੈਟਰ ਦਾ ਕਲੈਕਟਡ ਵਰਕ ਆਫ ਗਾਂਧੀ ਨਾਮ ਦੀ ਬੁੱਕ ਦੇ ਭਾਗ 45 ਦੇ ਸਫਾ ਨੰਬਰ 333 ਤੇ ਦਰਜ ਹੈ। ਪਹਿਲਾਂ ਤਾਂ ਗਾਂਧੀ ਨੇ ਫਾਂਸੀ ਦੀ ਸਜ਼ਾ ਤੋਂ ਸਿਰਫ ਇੱਕ ਦਿਨ ਪਹਿਲਾਂ ਐਰਵਿਨ ਨੂੰ ਪੱਤਰ ਲਿਖਿਆ ਤੇ ਉਹਦੇ ਵਿੱਚ ਵੀ ਸਿਰਫ ਫਾਂਸੀ ਦੀ ਸਜ਼ਾ ਨੂੰ ਟਾਲਣ ਦੀ ਗੱਲ ਕੀਤੀ ਗਈ। ਜਿਹੜਾ ਗਾਂਧੀ ਗੱਲ-ਗੱਲ ਤੇ ਧਰਨਾ ਲਾ ਕੇ ਬੈਠ ਜਾਂਦਾ ਸੀ, ਉਹ ਸਿਰਫ ਅੰਗਰੇਜ਼ਾਂ ਨੂੰ ਸਮਝਾ ਰਿਹਾ ਸੀ, ਜਦਕਿ ਜਿਹੜੇ ਲੋਕ ਸ਼ਾਂਤੀਮਈ ਢੰਗ ਨਾਲ ਇਸ ਗੱਲ ਦਾ ਵਿਰੋਧ ਕਰ ਰਹੇ ਸਨ, ਗਾਂਧੀ ਉਹਨਾਂ 'ਚ ਸ਼ਾਮਿਲ ਵੀ ਹੋ ਸਕਦਾ ਸੀ। ਚਿੱਠੀ ਦੇ ਅੰਤ ਵਿੱਚ ਗਾਂਧੀ ਨੇ ਕਿਹਾ ਕਿ ਰਹਿਮ ਕਦੀ ਵੀ ਬੇਕਾਰ ਨਹੀਂ ਜਾਂਦਾ। ਜਿਹੜੇ ਸੂਰਮੇ ਸਾਰੀ ਜ਼ਿੰਦਗੀ ਗੋਰੀ ਸਰਕਾਰ ਦੇ ਸਾਹਮਣੇ ਝੁਕੇ ਨਹੀਂ, ਗਾਂਧੀ ਉਹਨਾਂ ਤੋਂ ਭਗਤ ਸਿੰਘ ਲਈ ਰਹਿਮ ਦੀ ਮੰਗ ਕਰ ਰਹੇ ਸਨ। ਜਦਕਿ ਗਾਂਧੀ ਅਰਵਿੰਦ ਸਮਝੌਤੇ ਵਿੱਚ ਇਸ ਗੱਲ ਨੂੰ ਵੀ ਇੱਕ ਸ਼ਰਤ ਦੇ ਰੂਪ ਵਿੱਚ ਜੋੜਿਆ ਜਾ ਸਕਦਾ ਸੀ। ਪਰ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਗਾਂਧੀ ਨੇ ਉਸ ਮੀਟਿੰਗ ਵਿੱਚ ਤਾਂ ਇਸ ਗੱਲ ਦਾ ਜ਼ਿਕਰ ਵੀ ਨਹੀਂ ਕੀਤਾ। ਆਜ਼ਾਦੀ ਦੇ ਲਗਭਗ 10 ਸਾਲਾਂ ਬਾਅਦ 1958 ਵਿੱਚ ਇੱਕ ਇੰਟਰਵਿਊ ਵਿੱਚ ਐਰਵਿਨ ਨੇ ਕਿਹਾ ਕਿ ਸਾਨੂੰ ਤਾਂ ਲੱਗਦਾ ਸੀ ਕਿ ਗਾਂਧੀ ਤੇ ਨਹਿਰੂ ਆਉਣਗੇ ਤੇ ਭਗਤ ਸਿੰਘ ਦੀ ਰਿਹਾਈ ਤੇ ਮੁੱਦੇ ਤੇ ਸਾਡੇ ਸਾਹਮਣੇ ਅੜ ਜਾਣਗੇ। ਮੀਟਿੰਗ ਤੋਂ ਪਹਿਲਾਂ ਅਸੀਂ ਮੈਂਟਲੀ ਰੂਪ ਨਾਲ ਆਪਣੇ ਆਪ ਨੂੰ ਇੱਕ ਜ਼ੋਰਦਾਰ ਬਹਿਸ ਲਈ ਤਿਆਰ ਕਰ ਰਹੇ ਸਾਂ, ਬਟ ਮੀਟਿੰਗ ਵਿੱਚ ਸਾਨੂੰ ਮਹਿਸੂਸ ਹੋਇਆ ਕਿ ਨਹਿਰੂ ਤੇ ਗਾਂਧੀ ਨੂੰ ਤਾਂ ਫਾਂਸੀ ਦੀ ਸਾਡੇ ਤੋਂ ਵੀ ਵੱਧ ਕਾਹਲੀ ਸੀ। ਈਵਨ ਜਦੋਂ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਜੇਲ੍ਹ ਵਿੱਚ ਸਨ, ਜਦੋਂ ਭੁੱਖ ਹੜਤਾਲ ਕਰਕੇ ਉਹਨਾਂ 116 ਦਿਨਾਂ ਤੱਕ ਅੰਨ ਦਾ ਇੱਕ ਵੀ ਦਾਣਾ ਨਹੀਂ ਖਾਧਾ, ਉਦੋਂ ਵੀ ਗਾਂਧੀ ਨੇ ਜੇਲ੍ਹ ਵਿੱਚ ਜਾ ਕੇ ਉਹਨਾਂ ਨੂੰ ਮਿਲਣਾ ਜ਼ਰੂਰੀ ਨਹੀਂ ਸਮਝਿਆ। ਦਰਅਸਲ ਜਿਸ ਹਿਸਾਬ ਨਾਲ ਨੌਜਵਾਨ ਪੀੜ੍ਹੀ ਵਿੱਚ ਭਗਤ ਸਿੰਘ ਦੀ ਪਛਾਣ ਵੱਧ ਰਹੀ ਸੀ ਤੇ ਗਾਂਧੀ ਦੀ ਚਮਕ ਦਿਨੋਂ ਦਿਨ ਫਿੱਕੀ ਪੈ ਰਹੀ ਸੀ, ਇਸ ਲਈ ਫਿਰ ਉਹਨਾਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਉਹ ਬਸ ਨੌਜਵਾਨ ਪੀੜ੍ਹੀ ਦਾ ਸਮਰਥਨ ਪਾਉਣ ਲਈ ਇੱਕ ਦਿਖਾਵਾ ਹੀ ਸੀ, ਜਸਟ ਅ ਫਾਰਮੈਲਿਟੀ। ਇਹ ਤਾਂ ਸੀ ਗਾਂਧੀ ਦੇ ਸਮਾਜਿਕ ਜੀਵਨ ਦੀ ਗੱਲ। ਹੁਣ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਗਾਂਧੀ ਦੇ ਪ੍ਰਾਈਵੇਟ ਲਾਈਫ ਦੇ ਕੁਝ ਪਹਿਲੂ। ਉਂਝ ਤਾਂ ਕੋਈ ਬੰਦਾ ਆਪਣੀ ਪਰਸਨਲ ਲਾਈਫ ਵਿੱਚ ਕੁਝ ਵੀ ਕਰੇ, ਇਹ ਉਹਦਾ ਪ੍ਰਾਈਵੇਟ ਮੈਟਰ ਹੈ, ਪਰ ਜਦੋਂ ਗੱਲ ਆਉਂਦੀ ਹੈ ਉਸ ਬੰਦੇ ਦੀ ਜਿਸ ਨੂੰ ਲੱਖਾਂ ਲੋਕ ਆਪਣਾ ਰਾਸ਼ਟਰ ਪਿਤਾ ਮੰਨਦੇ ਹਨ, ਤਾਂ ਉਸ ਦੀ ਇੱਕ-ਇੱਕ ਹਰਕਤ ਦਾ ਪ੍ਰਭਾਵ ਲੱਖਾਂ ਲੋਕਾਂ ਦੇ ਜੀਵਨ ਤੇ ਪੈਂਦਾ ਹੈ। ਸ਼ੇਅਰ ਕਰਾਂਗੇ ਗਾਂਧੀ ਦਾ ਉਹ ਜੀਵਨ ਜੋ ਇਤਿਹਾਸ ਵਿੱਚ ਤਾਂ ਦਰਜ ਹੈ, ਪਰ ਇਹਨਾਂ ਕਾਲੇ ਕਾਰਨਾਮੇ ਦੇ ਉਜਾਗਰ ਹੋਣ ਤੇ ਕਾਂਗਰਸ ਦੀ ਆਪਦੀ ਛਵੀ ਵੀ ਕਾਲੀ ਪੈਂਦੀ ਸੀ, ਸੋ ਇਹਨਾਂ ਨੂੰ ਕਾਫੀ ਸਮੇਂ ਤੱਕ ਲੁਕੋ ਕੇ ਰੱਖਿਆ ਗਿਆ। ਪਰ 2010 ਵਿੱਚ ਕਈ ਵੱਡੇ ਅਵਾਰਡਸ ਜਿੱਤ ਚੁੱਕੇ ਸਨਮਾਨਜਨਕ ਲੇਖਕ ਜੈਡ ਐਡਮਸ ਦੀ ਬੁੱਕ ਗਾਂਧੀ ਨੈਕਡ ਐਂਬੀਸ਼ਨ ਪਬਲਿਸ਼ ਹੋਈ ਤਾਂ ਇਸਨੇ ਗਾਂਧੀ ਦੇ ਜੀਵਨ ਤੇ ਕਈ ਸਵਾਲ ਖੜੇ ਕੀਤੇ।
ਉਹਨਾਂ 'ਚੋਂ ਸਭ ਤੋਂ ਉੱਪਰ ਸੀ ਆਸ਼ਰਮ ਵਿੱਚ ਔਰਤਾਂ ਨਾਲ ਕੀਤੇ ਗਏ ਅਸ਼ਲੀਲ ਪ੍ਰਯੋਗ। ਇੱਥੇ ਹੁਣ ਮੈਂ ਜੋ ਵੀ ਗੱਲਾਂ ਸ਼ੇਅਰ ਕਰਨ ਜਾ ਰਿਹਾ ਹਾਂ ਉਹ ਸਭ ਇਸ ਬੁੱਕ ਦੇ ਹਵਾਲੇ ਨਾਲ ਕਹੀਆਂ ਗਈਆਂ ਹਨ। ਮੋਹਨਦਾਸ ਗਾਂਧੀ ਨੇ 906 ਵਿੱਚ 38 ਸਾਲ ਦੀ ਉਮਰ ਵਿੱਚ ਬ੍ਰਹਮਚਾਰਿਆ ਧਾਰਨ ਕਰ ਲਿਆ ਸੀ। ਮਾਫ ਕਰਿਓ, ਮੈਂ ਪੰਜਾਬ ਵਿੱਚ ਨਹੀਂ ਰਹਿੰਦਾ, ਸੋ ਮੇਰੀ ਪੰਜਾਬੀ ਥੋੜੀ ਕਮਜ਼ੋਰ ਹੈ। ਬ੍ਰਹਮਚਾਰਿਆ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹੈ, ਜੇ ਕਿਸੇ ਵਿਊਅਰ ਨੂੰ ਪਤਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਜ਼ਰੂਰ ਦੱਸਿਓ। ਦੱਸ ਦਈਏ ਕਿ ਬ੍ਰਹਮਚਾਰਿਆ ਧਾਰਨ ਕਰਨ ਤੋਂ ਬਾਅਦ ਬੰਦੇ ਨੂੰ ਸੈਕਸ ਜਾਂ ਇਦਾਂ ਦੀ ਕਿਸੇ ਵੀ ਐਕਟੀਵਿਟੀ ਤੋਂ ਦੂਰ ਰਹਿ ਕੇ ਜੀਵਨ ਬਿਤਾਉਣਾ ਪੈਂਦਾ ਹੈ ਤੇ ਗਾਂਧੀ ਨੂੰ ਵੀ ਐਵੇਂ ਹੀ ਕਰਨਾ ਪੈਣਾ ਸੀ। ਬਟ ਇਸ ਕਾਰਨ ਨਾਲ ਉਹਨਾਂ ਦੇ ਵਿਹਾਰ ਵਿੱਚ ਬਹੁਤ ਸਾਰੇ ਬਦਲਾਵ ਆਉਣੇ ਸ਼ੁਰੂ ਹੋ ਗਏ। ਉਹ ਔਰਤਾਂ ਦੀ ਮੌਜੂਦਗੀ ਵਿੱਚ ਆਪਣੇ ਆਪ ਨੂੰ ਅਨਕੰਫਰਟੇਬਲ ਫੀਲ ਕਰਨ ਲੱਗ ਪਏ। ਆਪਣੇ ਵਿਹਾਰ 'ਚ ਇਸ ਚੇਂਜ ਨੂੰ ਦੂਰ ਕਰਨ ਦੇ ਨਾਮ ਤੇ ਗਾਂਧੀ ਨੇ ਆਸ਼ਰਮ ਵਿੱਚ ਔਰਤਾਂ ਨਾਲ ਕਈ ਅਸ਼ਲੀਲ ਪ੍ਰਯੋਗ ਕਰਨੇ ਸ਼ੁਰੂ ਕਰ ਦਿੱਤੇ। ਉਹ ਔਰਤਾਂ ਨੂੰ ਕੱਪੜੇ ਲਾ ਕੇ ਉਹਨਾਂ ਦੀ ਮਾਲਿਸ਼ ਕਰਨ ਨੂੰ ਕਹਿੰਦੇ ਤੇ ਸਾਰੀ ਰਾਤ ਔਰਤਾਂ ਦੇ ਨਾਲ ਬਿਨਾਂ ਕੱਪੜਿਆਂ ਦੇ ਹੀ ਸੌਂਦੇ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਔਰਤਾਂ ਵਿੱਚ ਉਹਨਾਂ ਦੀ ਆਪਣੀ ਪੁੱਤਰੀ ਮੰਨੂ ਬੇਨ ਵੀ ਸ਼ਾਮਿਲ ਸੀ। ਇਸ ਗੱਲ ਦਾ ਪਤਾ ਲੱਗਣ ਤੇ ਲੋਕਾਂ ਵਿੱਚ ਅਸਹਿਮਤੀ ਫੈਲ ਗਈ, ਇੱਥੋਂ ਤੱਕ ਕਿ ਗਾਂਧੀ ਦੇ ਸਭ ਤੋਂ ਕਰੀਬੀ ਨਹਿਰੂ ਨੇ ਵੀ ਇਹਨਾਂ ਨੂੰ ਅਜੀਬ ਦੱਸਿਆ। ਬ੍ਰਹਮਚਾਰਿਆ ਧਾਰਨ ਕਰਨ ਦੇ 1 ਸਾਲ ਬਾਅਦ ਗਾਂਧੀ ਨੇ ਆਪਣੀ ਅਖਬਾਰ ਇੰਡੀਅਨ ਓਪੀਨੀਅਨ ਵਿੱਚ ਜੋ ਲਿਖਿਆ ਸੀ ਉਹ ਸੁਣ ਕੇ ਤੁਹਾਨੂੰ ਹਾਸਾ ਆਊਗਾ, ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਹਰ ਇੱਕ ਨੌਜਵਾਨ ਦਾ ਫਰਜ਼ ਬਣਦਾ ਹੈ ਕਿ ਉਹ ਵਿਆਹ ਨਾ ਕਰਾਵੇ ਤੇ ਜੇ ਕਿਸੇ ਕਾਰਨ ਤੋਂ ਉਸਨੂੰ ਵਿਆਹ ਕਰਾਉਣਾ ਵੀ ਪੈਂਦਾ ਹੈ ਤਾਂ ਸਰੀਰਕ ਸੰਬੰਧ ਸਿਰਫ ਉਦੋਂ ਹੀ ਬਣਾਵੇ ਜਦੋਂ ਉਸਨੇ ਆਪਣੇ ਵੰਸ਼ ਨੂੰ ਅੱਗੇ ਵਧਾਉਣਾ ਹੋਵੇ। ਅੱਗੇ ਚੱਲ ਕੇ ਗਾਂਧੀ ਨੇ ਇਹੋ ਜਿਹੇ ਕਈ ਆਸ਼ਰਮ ਬਣਾਏ। ਇਹਨਾਂ ਆਸ਼ਰਮਾਂ ਵਿੱਚ ਜਵਾਨ ਮੁੰਡੇ ਕੁੜੀਆਂ ਨੂੰ ਬਿਨਾਂ ਕੱਪੜਿਆਂ ਤੋਂ ਇਕੱਠੇ ਨਹਾਉਣ ਤੇ ਸੌਣ ਨੂੰ ਕਿਹਾ ਜਾਂਦਾ ਸੀ, ਪਰ ਕੋਈ ਸੈਕਸ਼ੂਅਲ ਐਕਟੀਵਿਟੀ ਕਰਨ ਤੇ ਸਜ਼ਾ ਦਿੱਤੀ ਜਾਂਦੀ ਸੀ। ਅਸਲ ਵਿੱਚ ਇਹਨਾਂ ਸਾਰੇ ਪ੍ਰਯੋਗਾਂ ਦਾ ਟੀਚਾ ਆਪਣੀ ਸੈਕਸ਼ੂਅਲ ਐਕਟੀਵਿਟੀ ਨੂੰ ਕੰਟਰੋਲ ਕਰਨਾ ਸਿਖਾਉਣਾ ਸੀ, ਕਿਉਂਕਿ ਗਾਂਧੀ ਦਾ ਸੋਚਣਾ ਸੀ ਕਿ ਸੈਕਸ ਵਿੱਚ ਕਿਰਿਆ ਬੰਦਾ ਬਹੁਤ ਛੇਤੀ ਹਿੰਸਾ ਤੇ ਉਤਰ ਆਉਂਦਾ ਹੈ। ਇਸ ਲਈ ਉਹ ਚਾਹੁੰਦੇ ਸਨ ਕਿ ਸੈਕਸ ਦਾ ਪ੍ਰਯੋਗ ਜੀਵਨ ਵਿੱਚ ਸਿਰਫ ਵੰਸ਼ ਨੂੰ ਅੱਗੇ ਵਧਾਉਣ ਲਈ ਕੀਤਾ ਜਾਵੇ, ਨਾ ਕਿ ਆਪਣੀ ਕਾਮ ਵਾਸਨਾ ਨੂੰ ਸ਼ਾਂਤ ਕਰਨ ਲਈ। ਇਹ ਸਭ ਵੇਖ ਕੇ ਗਾਂਧੀ ਦੇ ਸੈਕਟਰੀ ਨਿਰਮਲ ਕੁਮਾਰ ਬੋਸ ਨੇ ਵੀ ਉਹਨਾਂ ਨੂੰ ਸਮਝਾਇਆ ਕਿ ਜਦੋਂ ਤੱਕ ਜਨਤਾ ਤੁਹਾਡੇ ਵਿਚਾਰ ਸਮਝ ਨਹੀਂ ਲੈਂਦੀ ਤੁਹਾਨੂੰ ਆਪਣੀ ਪੋਤੀ ਨਾਲ ਬਿਸਤਰ ਸਾਂਝਾ ਨਹੀਂ ਕਰਨਾ ਚਾਹੀਦਾ। ਪਰ ਅੱਗੇ ਗਾਂਧੀ ਨੇ ਜਵਾਬ ਦਿੱਤਾ ਕਿ ਮੰਨੂ ਨਾਲ ਸੋਣਾ ਮੇਰੇ ਲਈ ਪਾਪ ਨਹੀਂ, ਇਹ ਮੇਰਾ ਫਰਜ਼ ਹੈ। ਗਾਂਧੀ ਦੇ ਇਹਨਾਂ ਸਾਰੇ ਕਾਰਨਾਮਿਆਂ ਨੂੰ ਸਭ ਤੋਂ ਨੇੜਿਓਂ ਵੇਖਿਆ ਆਰ.ਪੀ. ਪਿਸ਼ੋਰਾ ਨੇ। ਆਰ.ਪੀ. ਪਿਸ਼ੋਰਾ ਕੇਰਲ ਦਾ ਇੱਕ ਸਟੂਡੈਂਟ ਸੀ ਜਿਸ ਨੇ 2 ਸਾਲਾਂ ਤੱਕ ਗਾਂਧੀ ਲਈ ਟਾਈਪਿਸਟ ਤੇ ਪਰਸਨਲ ਸੈਕਟਰੀ ਦਾ ਕੰਮ ਕੀਤਾ ਸੀ। ਪਿਸ਼ੋਰਾ ਵੀ ਉਹਨਾਂ ਹਜ਼ਾਰਾਂ ਨੌਜਵਾਨਾਂ ਚੋਂ ਸੀ ਜੋ ਗਾਂਧੀ ਤੋਂ ਪ੍ਰਭਾਵਿਤ ਸਨ। ਇਸੇ ਪ੍ਰਭਾਵ ਦੇ ਚੱਲਦਿਆਂ ਹੀ ਉਹ ਆਸ਼ਰਮ ਵਿੱਚ ਨੌਕਰੀ ਕਰਨ ਆਇਆ ਸੀ, ਬਟ 2 ਸਾਲਾਂ ਵਿੱਚ ਹੀ ਉਸ ਦਾ ਗਾਂਧੀ ਤੋਂ ਮੋਹ ਭੰਗ ਹੋ ਗਿਆ ਤੇ ਉਸਨੇ ਆਸ਼ਰਮ ਛੱਡ ਦਿੱਤਾ। ਨੌਕਰੀ ਛੱਡਦੇ ਸਮੇਂ ਉਸਨੇ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ ਕਿ ਤੁਸੀਂ ਸਾਡੇ ਰਾਸ਼ਟਰਪਿਤਾ ਹੋ। ਜਦੋਂ ਮੈਂ ਪਹਿਲੀ ਵਾਰ ਇਸ ਆਸ਼ਰਮ ਵਿੱਚ ਆਇਆ ਸੀ ਤਾਂ ਮੇਰੇ ਮਨ ਵਿੱਚ ਤੁਹਾਡੇ ਲਈ ਤੇ ਇਸ ਆਸ਼ਰਮ ਵਿੱਚ ਰਹਿਣ ਵਾਲਿਆਂ ਲਈ ਡੂੰਘਾ ਸਤਿਕਾਰ ਸੀ, ਪਰ ਅਗਲੇ 24 ਘੰਟਿਆਂ ਦੇ ਵਿੱਚ ਹੀ ਮੈਂ ਇਸ ਸਤਿਕਾਰ ਦਾ ਇੱਕ ਵੱਡਾ ਹਿੱਸਾ ਖੋ ਦਿੱਤਾ। ਤੁਹਾਡੇ ਪਰਾਈ ਔਰਤਾਂ ਨਾਲ ਬਿਨਾਂ ਕੱਪੜਿਆਂ ਦੇ ਨਹਾਉਣ ਤੇ ਸੌਣ ਦੇ ਮੈਂ ਬਿਲਕੁਲ ਖਿਲਾਫ ਹਾਂ। ਉਹਨਾਂ ਜਵਾਨ ਬੱਚਿਆਂ ਨੂੰ ਆਪਣੇ ਪ੍ਰਯੋਗਾਂ ਵਿੱਚ ਇਸਤੇਮਾਲ ਕਰਨ ਤੋਂ ਪਹਿਲਾਂ ਘੱਟੋ ਘੱਟ ਤੁਸੀਂ ਇੰਨਾ ਤਾਂ ਸੋਚ ਲੈਂਦੇ ਕਿ ਇਹਨਾਂ ਸਾਰੇ ਪ੍ਰਯੋਗਾਂ ਨਾਲ ਉਹਨਾਂ ਵਿਚਾਰਿਆਂ ਦੇ ਮਨ ਤੇ ਕੀ ਬੀਤਦੀ ਹੋਊਗੀ। ਇਸ ਕਿਤਾਬ ਵਿੱਚ ਇੱਕ ਚੌਂਕਾ ਦੇਣ ਵਾਲੀ ਗੱਲ ਹੋਰ ਲਿਖੀ ਹੈ ਕਿ ਗਾਂਧੀ ਦੀ ਪਤਨੀ, ਜੋ ਕਿ ਇਹਨਾਂ ਸਾਰੇ ਪ੍ਰਯੋਗਾਂ ਦੇ ਖਿਲਾਫ ਸੀ, ਆਪਣੇ ਆਪ ਨੂੰ ਅਹਿੰਸਾ ਦਾ ਪੁਜਾਰੀ ਕਹਿਣ ਵਾਲਾ ਮੋਹਨਦਾਸ ਗਾਂਧੀ ਉਸ ਨਾਲ ਕਈ ਵਾਰ ਮਾਰਕੁੱਟ ਕਰਿਆ ਕਰਦਾ ਸੀ। ਸੋ ਇਹ ਸੀ ਤੁਹਾਡੇ ਵਿਊਅਰਸ ਦੀ ਡਿਮਾਂਡ ਤੇ ਸਪੈਸ਼ਲੀ ਤਿਆਰ ਕੀਤਾ ਗਿਆ ਮੋਹਨਦਾਸ ਕਰਮਚੰਦ ਗਾਂਧੀ ਤੇ ਬੇਸ ਵੀਡੀਓ। ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਸਿੱਖ ਹਿਸਟਰੀ ਨਾਲ ਜੁੜੇ ਬਹੁਤ ਸਾਰੇ ਸ਼ਾਨਦਾਰ ਕੰਟੈਂਟ ਦੇਖਣ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ ਤੇ ਦੂਸਰਿਆਂ ਤੋਂ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।